ਹੈਲੋ एवरीवन। ਸੋ ਜੋ ਸਾਡੀ ਪ੍ਰੀਵੀਅਸ ਵੀਡੀਓ ਸੀ ਉਹਦੇ ਵਿੱਚ ਅਸੀਂ ਹਿਸਟਰੀ ਆਫ ਐਗਰੀਕਲਚਰ ਇਨ ਜਨਰਲ ਦੇਖਿਆ ਸੀ ਵੀ ਹਿਸਟਰੀ ਐਗਰੀਕਲਚਰ ਕਿਵੇਂ ਸਟਾਰਟਿੰਗ ਹੋਈ ਪੂਰੀ ਦੁਨੀਆ ਦੇ ਵਿੱਚ। ਸੋ ਅੱਜ ਦੀ ਸਾਡੀ ਜੋ ਵੀਡੀਓ ਹੈ ਖਾਸ ਇੰਡੀਆ ਕਰਕੇ ਹੈ ਵੀ ਹਿਸਟਰੀ ਆਫ ਐਗਰੀਕਲਚਰ ਇਨ ਇੰਡੀਆ, ਇੰਡੀਆ ਦੇ ਵਿੱਚ ਐਗਰੀਕਲਚਰ ਕਿਵੇਂ ਸਟਾਰਟ ਹੋਇਆ, ਐਗਰੀਕਲਚਰ ਦੀ ਸਟਾਰਟਿੰਗ ਕਿਵੇਂ ਹੋਈ। ਸੋ ਅਸੀਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਣੀ ਵੀਡੀਓ 'ਚ ਅੱਗੇ ਵਧਦੇ ਹੋਏ ਆਪਣਾ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ, ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਮੀ ਹੋ ਜਾਂਦੀ ਆ। ਸੋ ਅਸੀਂ ਸਟਾਰਟ ਕਰਦੇ ਹਾਂ। ਇੰਡੀਅਨ ਐਗਰੀਕਲਚਰ ਬਿਗਨ ਬਾਏ 900 BC। ਕਹਿੰਦੇ ਇੰਡੀਆ ਐਗਰੀਕਲਚਰ ਜਿਹੜੀ ਸੀ ਉਹ 9000 BCE 'ਚ ਸਟਾਰਟ ਹੋ ਗਈ ਸੀ ਲਗਭਗ। ਅਤੇ ਐਜ਼ ਏ ਰਿਜ਼ਲਟ ਆਫ ਅਰਲੀ ਕਲਟੀਵੇਸ਼ਨ ਆਫ ਪਲਾਂਟ ਐਂਡ ਡੋਮੈਸਟੀਕੇਸ਼ਨ ਆਫ ਕ੍ਰੋਪਸ ਐਂਡ ਐਨੀਮਲਸ। ਅਤੇ ਕਿਵੇਂ ਸਟਾਰਟ ਹੋਈ, ਜਿਵੇਂ ਕਲਟੀਵੇਟਡ ਆਫ ਪਲਾਂਟਸ, ਡੋਮੈਸਟੀਕੇਸ਼ਨ ਆਫ ਕ੍ਰੋਪਸ ਐਂਡ ਐਨੀਮਲਸ। ਸੋ ਇਹਦੇ ਨਾਲ ਕਹਿੰਦੇ ਵੀ 9000 BCE ਦੇ ਵਿੱਚ ਐਗਰੀਕਲਚਰ ਇੰਡੀਆ ਦੇ ਵਿੱਚ ਸਟਾਰਟ ਹੋ ਗਿਆ ਸੀ। ਸੈਟਲਡ ਲਾਈਫ ਸੂਨ ਫੋਲੋਡ ਵਿਦ ਇੰਪਲੀਮੈਂਟ ਐਂਡ ਟੈਕਨੀਕ ਬੀਨ ਡਿਵੈਲਪਡ ਫॉर ਐਗਰੀਕਲਚਰ। ਕਹਿੰਦੇ ਜਿਵੇਂ ਮੈਂ ਪਿਛਲੀ ਵੀਡੀਓਸ ਆਪਾਂ ਡਿਸਕਸ ਕੀਤਾ ਸੀ ਵੀ ਟੈਕਨੀਕਸ ਅਤੇ ਮੈਥਡਸ ਜਿਹੜੇ ਐਗਰੀਕਲਚਰ ਸੀ ਹੌਲੀ ਹੌਲੀ ਡਿਵੈਲਪ ਹੁੰਦੇ ਗਏ। ਅਤੇ ਸੈਟਲਡ ਲਾਈਫ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਪਾਣੀ ਜਾਂ ਜਿੱਥੇ ਖੇਤੀ ਜ਼ਿਆਦਾ ਹੋ ਸਕਦੀ ਉੱਥੇ ਉਹਨਾਂ ਲਾਈਫ ਸੈਟਲ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਡਬਲ ਮੌਨਸੂਨ ਲੈਟ ਟੂ ਹਾਰਵੈਸਟ ਬੀਂਗ ਰੀਪਡ ਇਨ 1 ਈਅਰ। ਜਿਵੇਂ ਦੋ ਫਸਲਾਂ ਹੋਣ ਤੱਕ ਉਹੀ ਚੀਜ਼ ਜ਼ਿਆਦਾ ਹੀ, ਜਿਵੇਂ ਮੌਨਸੂਨ ਕਰਕੇ ਦੋ ਫਸਲਾਂ ਹਰ ਸਾਲ ਹਾਰਵੈਸਟ ਹੁੰਦੀਆਂ ਸੀ, ਇਸੇ ਤਰ੍ਹਾਂ ਉਹ ਅਜੇ ਤੱਕ ਵੀ ਚੱਲ ਰਹੀਆਂ। ਇੰਡੀਅਨ ਪ੍ਰੋਡਕਟ ਸੂਨ ਰੀਚ ਦਾ ਵਰਲਡ। ਹੌਲੀ ਹੌਲੀ ਜਿਹੜੀ ਇੰਡੀਆ ਦੇ ਪ੍ਰੋਡਿਊਸ ਕੀਤੀਆਂ ਹੋਈਆਂ ਚੀਜ਼ਾਂ ਪੂਰੀ ਦੁਨੀਆ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਥਰੂ ਟ੍ਰੇਡਿੰਗ ਨੈਟਵਰਕਸ। ਅਤੇ ਫੋਰਨ ਕ੍ਰੋਪ ਜਿਹੜੇ ਸੀ ਉਹ ਇੰਡੀਆ 'ਚ ਆਉਣੀਆਂ ਸ਼ੁਰੂ ਹੋ ਗਈਆਂ। ਪਲਾਂਟਸ ਐਂਡ ਐਨੀਮਲਸ ਕੰਸੀਡਰਡ ਇਸੈਂਸ਼ੀਅਲ ਫੋਰ ਸਰਵਾਈਵਲ ਆਫ ਦੀ ਇੰਡੀਅਨਸ। ਕਹਿੰਦੇ ਪਲਾਂਟਸ ਜਿਹੜੇ ਤੇ ਜਾਂ ਐਨੀਮਲਸ ਨੇ ਉਹ ਬੜੇ ਇਸੈਂਸ਼ੀਅਲ ਸੀ, ਬੜੇ ਇੰਪੋਰਟੈਂਟ ਪਾਰਟ ਸੀ ਇੰਡੀਅਨਸ ਦੇ ਸਰਵਾਈਵਲ ਵਾਸਤੇ, ਇੰਡੀਅਨਸ ਦੇ ਜਿੰਦੇ ਰਹਿਣ ਵਾਸਤੇ। ਅਤੇ ਕਮ ਟੂ ਬੀ ਵਰਸ਼ਿਪਡ ਐਂਡ ਵੈਨਰੇਟਡ। ਠੀਕ ਆ। ਸੋ ਨੈਕਸਟ ਅਸੀਂ ਵੇਖਣਾ ਆ ਦਾ ਮਿਡਲ ਏਜਸ ਸਾ ਇਰੀਗੇਸ਼ਨ। ਜਿਵੇਂ ਅਸੀਂ ਦੇਖਿਆ ਸੀ ਵੀ ਇਰੀਗੇਸ਼ਨ ਵੀ ਉੱਥੇ ਮੈਸੋਪੋਟਾਮੀਆ ਦੇ ਜਿਹੜੇ ਫਾਰਮਰ ਸੀ ਉਹਨਾਂ ਨੇ ਇਰੀਗੇਸ਼ਨ ਦੀ ਵੀ ਖੋਜ ਕਰ ਲਈ ਸੀ। ਸੋ ਇੰਡੀਅਨ ਕ੍ਰੋਪਸ ਅਫੈਕਟਡ ਇਕੋਨਮੀਸ। ਇਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਵੇਂ ਇਰੀਗੇਸ਼ਨ ਸਿਸਟਮ ਅਸੀਂ ਉੱਥੇ ਲੱਭ ਲਿਆ ਸੀ। ਕਹਿੰਦੇ ਹੌਲੀ ਹੌਲੀ ਇੰਡੀਅਨਸ ਤੱਕ ਵੀ ਇਹ ਚੀਜ਼ ਪਹੁੰਚ ਗਈ ਜਦੋਂ ਇੱਥੇ ਐਗਰੀਕਲਚਰ ਸਟਾਰਟ ਹੋਇਆ। ਲੈਂਡ ਐਂਡ ਵਾਟਰ ਮੈਨੇਜਮੈਂਟ ਸਿਸਟਮ ਵਾਰ ਡਿਵੈਲਪ। ਇੱਥੇ ਵੀ ਹੌਲੀ ਹੌਲੀ ਇਹ ਚੀਜ਼ਾਂ ਡਿਵੈਲਪ ਹੋਣੀਆਂ ਸ਼ੁਰੂ ਹੋ ਗਈਆਂ। ਵਿਦ ਐਨ ਐਮ ਪ੍ਰੋਵਾਈਡਿੰਗ ਯੂਨੀਫਾਰਮ ਗਰੋਥ। ਅਤੇ ਸੋਚਦੇ ਵੀ ਯੂਨੀਫਾਰਮ ਗਰੋਥ ਹੋਵੇ, ਵੀ ਇਹ ਨਾ ਹੋਵੇ ਵੀ ਕਦੀ ਪਾਣੀ ਜ਼ਿਆਦਾ ਮਿਲ ਜੇ ਅਤੇ ਕਦੀ ਘੱਟ ਮਿਲ ਜੇ। ਸੋ ਇਰੀਗੇਸ਼ਨ ਸਿਸਟਮ ਵੀ ਡਿਵੈਲਪ ਹੋਇਆ ਇੰਡੀਆ ਦੇ ਵਿੱਚ। ਸੋ ਹੁਣ ਦੇਖਦੇ ਹਾਂ ਅਰਲੀ ਇੰਡੀਅਨ ਹਿਸਟਰੀ, ਮਤਲਬ ਸਟਾਰਟਿੰਗ ਜੋ ਸੀ ਉਹ ਹਿਸਟਰੀ 'ਚ ਦੇਖਦੇ ਹਾਂ ਵੀ ਐਗਰੀਕਲਚਰ ਕਿਵੇਂ ਡਿਵੈਲਪ ਕੀਤਾ। ਇੰਡੀਅਨ ਐਗਰੀਕਲਚਰ ਜਿਵੇਂ ਕਿ ਅਸੀਂ ਪੜ੍ਹਿਆ ਬਿਗਨ ਬਾਏ 900 BCE ਐਸ ਏ ਰਿਜ਼ਲਟ ਆਫ ਅਸੀਂ ਦੇਖ ਲਿਆ। ਅੱਗੇ ਹੈ ਵੀਟ, ਬਾਰਲੇ ਐਂਡ ਜੁਜੁਬੇ ਵਾਰ ਡੋਮੈਸਟੀਕੇਟਡ ਇਨ ਇੰਡੀਅਨ ਸਬ ਕੰਟੀਨੈਂਟ। ਸਭ ਤੋਂ ਪਹਿਲਾਂ ਵੀਟ ਅਤੇ ਬਾਰਲੇ ਹੋਇਆ ਹੈ, ਦੋ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ 9000 BCE ਦੇ ਵਿੱਚ ਇੰਡੀਆ ਦੇ ਵਿੱਚ। ਅਤੇ ਡੋਮੈਸਟੀਕੇਸ਼ਨ ਆਫ ਸ਼ੀਪਸ ਐਂਡ ਗੋਟ ਸੂਨ ਫੋਲੋਡ। ਇਸ ਤੋਂ ਬਾਅਦ ਕੀ ਹੋਇਆ, ਜੇ ਤੁਹਾਨੂੰ ਕੋਈ ਪਤਾ ਡੋਮੈਸਟੀਕੇਸ਼ਨ ਆਫ ਐਨੀਮਲ ਜਿਹੜੀ ਕਿ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸਟਾਰਟ ਹੋਈ, ਉਹ ਕਾਹਦੀ ਹੋਈ, ਸ਼ੀਪ ਅਤੇ ਗੋਟ ਦੀ। ਸੋ ਕਹਿੰਦੇ ਇਸੇ ਪੀਰੀਅਡ ਦੇ ਵਿੱਚ ਕੀ ਹੋਇਆ ਸੀ, ਐਨੀਮਲ ਨੂੰ ਵੀ ਡੋਮੈਸਟੀਕੇਸ਼ਨ ਦੇ ਵਿੱਚ ਲਿਆਂਦਾ ਗਿਆ ਸੀ। ਇਹ ਵੀ ਚੀਜ਼ ਫੈਕਟ ਯਾਦ ਰੱਖਣ ਵਾਲੀ ਆ। ਫਿਰ ਕਹਿੰਦੇ ਬਾਰਲੇ ਅਤੇ ਵੀਟ ਕਲਟੀਵੇਸ਼ਨ ਅਲੋਂਗ ਵਿਦ ਦੀ ਡੋਮੈਸਟੀਕੇਸ਼ਨ ਆਫ ਕੈਟਲ, ਪ੍ਰਾਇਮਰੀ ਸ਼ੀਪ ਐਂਡ ਗੋਟ ਵਾਰ ਵਿਜ਼ੀਬਲ ਇਨ ਮਿਹਰਗੜ੍ਹ ਦੇ ਵਿੱਚ ਇਹ ਚੀਜ਼ ਲੱਭੀ ਗਈ ਆ ਜਦੋਂ ਸਿਵਲਾਈਜੇਸ਼ਨ ਦੀ ਖੋਜ ਹੋਈ। ਅਤੇ ਜਿਵੇਂ ਬਾਰਲੇ ਅਤੇ ਵੀਟ ਦੇ ਕਲਟੀਵੇਸ਼ਨ ਦੇ ਨਾਲ ਨਾਲ ਡੋਮੈਸਟੀਕੇਸ਼ਨ ਆਫ ਕੈਟਲ, ਸ਼ੀਪ ਅਤੇ ਗੋਟ, ਇਹ ਮਿਹਰਗੜ੍ਹ ਜਗ੍ਹਾ ਦੇ ਜਿੱਥੇ ਮਤਲਬ ਇਹ ਲੱਭੀ ਖੋਜ ਹੋਈ ਵੀ 8000 ਅਤੇ 6000 BC ਦੇ ਵਿੱਚ ਉੱਥੇ ਇਹ ਚੀਜ਼ ਸੀ ਜਿੱਥੇ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਸਨ, ਕਲਟੀਵੇਸ਼ਨ ਆਫ ਕ੍ਰੋਪਸ ਐਂਡ ਡੋਮੈਸਟੀਕੇਸ਼ਨ ਆਫ ਕੈਟਲਸ। ਸੋ ਐਗਰੋ ਪੈਸਟਰੋਲੀਅਮ ਇਨ ਇੰਡੀਆ ਇਨਕਲੂਡਡ ਥ੍ਰੈਸ਼ਿੰਗ, ਪਲਾਂਟਿੰਗ, ਹਾਈਡਰੋਸਿਕਸ ਨੋਟ ਸੋ ਇੰਪੋਰਟੈਂਟ। ਸੋ ਅਸੀਂ ਨੈਕਸਟ 'ਤੇ ਆਉਂਦੇ ਹਾਂ 7th। ਸੋ 7th ਵਿੱਚ ਸਾਡੇ ਕੋਲ ਆਉਂਦਾ ਆ। ਸੋ ਇਸ ਦੇ ਵਿੱਚ ਹੈ ਜਿਹੜੇ ਐਵੀਡੈਂਸ ਮਿਲੇ ਫਸਟ ਕਲਟੀਵੇਸ਼ਨ ਆਫ ਕੋਟਨ ਦੇ, ਉਹ ਕੀ ਸੀ ਵੀ 5th BC ਤੋਂ 4th BC ਦੇ ਵਿੱਚ ਕੀ ਸੀ ਵੀ ਇੰਡਸ ਕੋਟਨ ਇੰਡਸਟਰੀ ਤੇ ਡਿਵੈਲਪ ਹੋ ਚੁੱਕੀ ਸੀ। ਅਤੇ ਫਿਰ ਅੱਗੇ ਕਹਿੰਦੇ ਨੇ ਵੀ ਜਿਹੜਾ ਮੈਂਗੋ ਆ ਸਾਡੇ ਕੋਲ ਆਉਂਦਾ ਸਬ ਟ੍ਰੋਪੀਕਲ ਫਰੂਟ, ਜਿਹੜਾ ਮੈਂਗੋ ਆ ਅਤੇ ਮਸਕ ਮੈਲਨ ਆ, ਉਹ ਵੀ ਇੰਡੀਅਨ ਸਬ ਕੰਟੀਨੈਂਟ ਦਾ ਹੀ ਹਿੱਸਾ ਆ, ਵੀ ਉਹ ਇੱਥੋਂ ਦਾ ਨੇਟਿਵ ਹੀ ਆ। ਇੱਥੇ ਹੀ ਉਹਦੀ ਕਲਟੀਵੇਸ਼ਨ ਸਭ ਤੋਂ ਪਹਿਲਾਂ ਹੋਈ, ਕਿਸ ਦੀ, ਇਹ ਮੈਂਗੋ ਅਤੇ ਮਸਕ ਮੈਲਨ ਦੀ। ਸੋ ਨੈਕਸਟ ਸਾਡੇ ਕੋਲ ਆਉਂਦਾ ਆ
ਕਹਿੰਦੇ 10th ਵਿੱਚ ਫਾਰਮਰਸ ਆਫ ਇੰਡੀਅਨ ਇੰਡਸ ਵੈਲੀ, ਤੇ ਉਹਨਾਂ ਨੇ ਪੀਸ ਤੇ ਸ਼ੀਸ਼ਮ ਤੇ ਡੇਟਸ ਨੂੰ ਮਤਲਬ ਗਰੋ ਕਰਨਾ ਸ਼ੁਰੂ ਕਰ ਦਿੱਤਾ ਸੀ ਇੰਡਸ ਵੈਲੀ ਦੇ ਵਿੱਚ। ਇਹ ਚੀਜ਼ਾਂ ਦੀ ਸਾਡੇ ਕੋਲ ਐਵੀਡੈਂਸ ਸਾਨੂੰ ਮਿਲੇ ਨੇ। ਸ਼ੂਗਰ ਕੇਨ ਜਿਹੜਾ ਆ ਉਹ ਵੀ ਸਬ ਟ੍ਰੋਪੀਕਲ ਜਿਹੜਾ ਸਾਊਥ ਏਸ਼ੀਆ ਤੇ ਸਾਊਥ ਈਸਟ ਏਸ਼ੀਆ ਦੇ ਵਿੱਚ ਓਰੀਜੀਨੇਟ ਹੋਇਆ ਸੀ ਸ਼ੂਗਰ ਕੇਨ, ਜਿਹਨੂੰ ਅਸੀਂ ਗੰਨਾ ਕਹਿੰਦੇ ਹਾਂ। ਸੋ ਨੈਕਸਟ ਹੈ ਵਾਈਲਡ ਔਰਜੀਆ ਰਾਈਸ ਜਿਹੜੇ ਆ ਇਨ ਦਾ ਬੇਲਨ ਐਂਡ ਗੰਗੇਸ ਵੈਲੀ ਰੀਜਨ ਆਫ ਨਾਰਥ ਏਸ਼ੀਆ, ਉੱਥੇ ਇਹਦੀ ਖੋਜ ਹੋਈ, ਉੱਥੇ ਓਰੀਜੀਨੇਟ ਹੋਇਆ। ਕਿਹੜੀ ਵੈਰਾਈਟੀ ਆਫ ਰਾਈਸ? ਵਾਈਲਡ ਔਰਜੀਆ ਰਾਈਸ। ਸੋ ਰਾਈਸ ਵਾਸ ਕਲਟੀਵੇਟਡ ਇਨ ਇੰਡਸ ਵੈਲੀ ਸਿਵਲਾਈਜੇਸ਼ਨ। ਸੋ ਰਾਈਸ ਦੇ ਜੋ ਰਾਈਸ ਕਲਟੀਵੇਸ਼ਨ ਦਾ ਸਾਨੂੰ ਜੋ ਐਵੀਡੈਂਸ ਉਹ ਵੀ ਮਿਲੇ ਨੇ ਕਾਹਦੇ ਤੋਂ? ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਰਾਈਸ ਕਲਟੀਵੇਸ਼ਨ ਦੇ ਵੀ ਸਾਨੂੰ ਐਵੀਡੈਂਸਿਸ ਮਿਲੇ ਨੇ। ਸੋ ਰਾਈਸ ਕਲਟੀਵੇਸ਼ਨ ਕਸ਼ਮੀਰ ਅਤੇ ਹੜੱਪਨ ਰੀਜਨ ਦੇ ਵਿੱਚ ਵੀ ਮਿਲੇ ਨੇ ਕਾਹਦੇ? ਰਾਈਸ ਕਲਟੀਵੇਸ਼ਨ ਦੇ। ਸੋ ਇਹ ਫੈਕਟ ਨੇ, ਇਹਦੇ 'ਚ ਕੁਐਸਚਨ ਬਣ ਸਕਦੇ ਨੇ। ਤੁਸੀਂ ਜਦੋਂ 1-2 ਵਾਰ ਇਹ ਵੀਡੀਓ ਦੇਖੋਗੇ ਤੁਹਾਨੂੰ ਇਹ ਕਲੀਅਰ ਹੋ ਜਾਣਗੇ। ਸੋ ਜਿਵੇਂ ਮਿਕਸ ਫਾਰਮਿੰਗ, ਜਿਵੇਂ ਇੱਕ ਸਮੇਂ ਦੇ ਵਿੱਚ 2 ਫਸਲਾਂ ਉਗਾਉਣੀਆਂ, ਜਿਵੇਂ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਵੀ ਵੱਟਾਂ 'ਤੇ ਅਸੀਂ ਪਾਪੂਲਰ ਲਗਾ ਦਿੰਦੇ ਹਾਂ ਜਾਂ ਅਸੀਂ ਮੂਲੀਆਂ ਲਾ ਦਿੰਦੇ ਹਾਂ ਅਤੇ ਵਿੱਚ ਸਾਡੇ ਕੋਲ ਫਸਲ ਹੋਰ ਹੁੰਦੀ ਹੈ, ਇਹਨੂੰ ਕਹਿੰਦੇ ਆ ਮਿਕਸ ਫਾਰਮਿੰਗ। ਕੋਈ ਜ਼ਿਆਦਾ ਔਖਾ ਨਹੀਂ ਹੈ। ਕਹਿੰਦੇ ਇਹਦੇ ਐਵੀਡੈਂਸਿਸ ਇੰਡਸ ਵੈਲੀ ਇਕੋਨਮੀ ਮਤਲਬ ਉਹਦੇ ਨਾਲ ਰਿਲੇਟਡ ਆ ਇੰਡਸ ਵੈਲੀ ਦੇ ਵਿੱਚ। ਸੋ ਨੈਕਸਟ ਸਾਡੇ ਕੋਲ ਹੈ ਇਰੀਗੇਸ਼ਨ, ਜੋ ਉਹ ਵੀ ਜ਼ਿਆਦਾਤਰ ਡਿਵੈਲਪ ਕਿੱਥੇ ਹੋਇਆ? ਸਟਾਰਟਿੰਗ ਤਾਂ ਮੈਸੋਪੋਟਾਮੀਆ ਦੇ ਵਿੱਚ ਹੋ ਹੀ ਗਈ ਸੀ, ਪਰ ਜ਼ਿਆਦਾਤਰ ਡਿਵੈਲਪਮੈਂਟ ਕਿੱਥੇ ਹੋਈ? ਇੰਡਸ ਵੈਲੀ ਸਿਵਲਾਈਜੇਸ਼ਨ, ਜੋ ਕਿ 4500 BCE ਦੇ ਲਾਗੇ ਚਾਗੇ। ਸੋ ਕਹਿੰਦੇ ਸਾਈਜ਼ ਐਂਡ ਪ੍ਰੋਸਪੈਰਿਟੀ ਆਫ ਇੰਡਸ ਸਿਵਲਾਈਜੇਸ਼ਨ ਗ੍ਰਿਊ ਐਸ ਏ ਰਿਜ਼ਲਟ ਆਫ ਇਨੋਵੇਸ਼ਨ ਵਿਚ ਇਵੈਂਚੁਅਲੀ ਲੈਡ ਟੂ ਮੋਰ ਪਲੈਨ ਸੈਟਲਮੈਂਟ ਮੇਕਿੰਗ ਯੂਜ਼ ਆਫ ਡਰੇਨਜ ਐਂਡ ਸੀਵਰ। ਕਹਿੰਦੇ ਜਿਹੜਾ ਡਰੇਨਜ ਸਿਸਟਮ ਸੀਗਾ ਸਿਵਲਾਈਜੇਸ਼ਨ ਦਾ ਉਹ ਹੋਰ ਇੰਨਾ ਡਿਵੈਲਪ ਹੋ ਗਿਆ ਸੀ ਵੀ ਇਹ ਜਿਵੇਂ ਸਾਨੂੰ ਐਵੀਡੈਂਸ ਮਿਲੇ ਨੇ ਉਹ ਦੇਖਣ ਤੋਂ ਪਤਾ ਲੱਗ ਸਕਦਾ, ਠੀਕ ਆ, ਵੀ ਬਹੁਤ ਡਿਵੈਲਪ ਹੋ ਚੁੱਕਾ ਸੀ। ਫਿਰ ਅੱਗੇ ਇੰਡਸ ਸਭ ਤੋਂ ਮਤਲਬ ਜੇ ਅਸੀਂ ਦੇਖੀਏ ਹਾਈ ਪੀਚ 'ਤੇ ਸੀ ਆਪਣਾ ਜਿਹੜਾ ਇਰੀਗੇਸ਼ਨ ਸਿਸਟਮ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਸੋ ਕਹਿੰਦੇ ਆ ਐਨ ਅਰਲੀ ਕੈਨਲ ਇਰੀਗੇਸ਼ਨ ਸਿਸਟਮ। ਸੋ ਸਟੂਡੈਂਟਸ ਜੋ 19th ਪੁਆਇੰਟ ਹੈ ਆਪਣਾ ਉਹ ਵੀ ਮੋਸਟ ਇੰਪੋਰਟੈਂਟ ਆ। ਅਰਲੀ ਕੈਨਲ ਇਰੀਗੇਸ਼ਨ ਸਿਸਟਮ ਜਿਹੜਾ ਡਿਵੈਲਪ ਹੋਇਆ ਸੀ ਉਹ ਇੰਡੀਆ ਦੇ ਵਿੱਚ ਡਿਵੈਲਪ ਹੋਇਆ ਸੀ 2600 BCE ਦੇ ਲਾਗੇ, ਠੀਕ ਆ। ਕੈਨਲ ਇਰੀਗੇਸ਼ਨ ਸਿਸਟਮ, ਕੈਨਲ ਮਤਲਬ ਨਹਿਰ, ਨਹਿਰ ਤੋਂ ਇਰੀਗੇਸ਼ਨ ਕਿਵੇਂ ਲਈ ਉਹਨਾਂ ਨੇ, ਮਤਲਬ ਕਿਵੇਂ ਫਸਲ ਤੱਕ ਪਾਣੀ ਲਿਆਂਦਾ, ਉਹ ਵੀ ਸਾਡਾ ਇੰਡੀਆ ਦੇ ਵਿੱਚ ਸਟਾਰਟ ਹੋਇਆ ਸੀ। ਸੋ ਨੈਕਸਟ ਅਸੀਂ ਆਉਂਦੇ ਹਾਂ ਵੈਦਿਕ ਪੋਸਟ ਮਹਾਜਨਪਦਸ ਪੀਰੀਅਡ। ਜਿਹੜਾ ਮਹਾਜਨਪਦਸ ਪੀਰੀਅਡ ਸੀ ਉਹ ਸੀਗਾ 1500 BCE ਤੋਂ 200 BCE ਦੇ ਲਾਗੇ ਚਾਗੇ। ਕਹਿੰਦੇ ਜੂਟ ਦੀ ਖੇਤੀ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਹੋਈ ਸੀ। ਇਹਨੂੰ ਜੂਟ ਮਤਲਬ ਜਿਵੇਂ ਜਿਹੜੀਆਂ ਬੋਰੀਆਂ ਬਣਦੀਆਂ ਨੇ ਉਹਨੂੰ ਜੂਟ ਕਹਿੰਦੇ ਆ। ਕਹਿੰਦੇ ਸਭ ਤੋਂ ਪਹਿਲਾਂ ਰੋਪ ਬਣੇ ਸੀ ਉਹਦੇ। ਜੂਟ ਦੀ ਖੇਤੀ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ? ਕੁਐਸਚਨ ਆ ਸਕਦਾ ਕਿਵੇਂ ਕਹਿਣਾ ਆਪਾਂ, ਕਿੱਥੇ ਹੋਈ ਸੀ? ਇੰਡੀਆ ਦੇ ਵਿੱਚ ਹੋਈ ਸੀ ਰੋਪ ਬਣਾਉਣ ਲਈ। ਸੋ ਨੈਕਸਟ ਅਸੀਂ ਦੇਖਦੇ ਹਾਂ ਇਨ ਦੀ ਲੇਟਰ ਵੈਦਿਕ ਟੈਕਸਟ ਦੇ ਵਿੱਚ ਕਿਵੇਂ ਸੋ ਵੈਦਿਕ ਪੀਰੀਅਡ ਦੇ ਵਿੱਚ ਜਿਵੇਂ ਫਸਟ ਪੁਆਇੰਟ ਆ, ਕਹਿੰਦੇ ਉਹਦੇ 'ਚ ਸਾਨੂੰ ਕਈ ਰੈਫਰੈਂਸ ਮਿਲਦੇ ਆਇਰਨ ਦੇ, ਲੋਹੇ ਦੇ, ਠੀਕ ਆ। ਕਲਟੀਵੇਸ਼ਨ ਆਫ ਉਹਦੇ ਸਾਨੂੰ ਕਲਟੀਵੇਸ਼ਨ ਜਿਵੇਂ ਅਨਾਜ ਦੀ ਕਲਟੀਵੇਸ਼ਨ, ਵੈਜੀਟੇਬਲ ਅਤੇ ਫਰੂਟ ਦੀ ਵੀ ਉਹਦੇ ਵਿੱਚ ਡਿਸਕਰਾਈਬ ਕੀਤੀ ਹੋਈ ਹੈ ਸਾਡੇ ਵੇਦਾਂ ਦੇ ਵਿੱਚ। ਮੀਟ ਅਤੇ ਮਿਲਕ ਪ੍ਰੋਡਕਟ ਜਿਹੜੇ ਆ ਉਹ ਬੜੇ ਡਾਇਟ ਦਾ ਬੜਾ ਇੰਪੋਰਟੈਂਟ ਪਾਰਟ ਹੁੰਦੇ ਸੀ, ਅਤੇ ਐਨੀਮਲ ਹਸਬੈਂਡਰੀ ਜਿਹੜੀ ਉਹ ਵੀ ਇੰਪੋਰਟੈਂਟ ਸੀ। ਇਹ ਸਾਰਾ ਕੁਝ ਵੇਦਾਂ ਦੇ ਵਿੱਚ ਡਿਸਕਰਾਈਬ ਹੋਇਆ। ਕਹਿੰਦੇ ਸੋਇਲ ਵਾਸ ਪਲੋਡ ਸੈਵਰਲ ਟਾਈਮ, ਜਿਹੜੀ ਸੋਇਲ ਨੂੰ ਕਈ ਟਾਈਮ ਵਿੱਚ ਉਹਨਾਂ ਨੂੰ ਮਤਲਬ ਪਲੋ ਕੀਤਾ ਜਾਂਦਾ ਸੀ। ਸ਼ੀਡ ਵਾਸ ਬਰੋਡਕਾਸਟ ਫੋਲੋਇੰਗ ਐਂਡ ਸਰਟਨ ਸੀਕੁਐਂਸ ਕ੍ਰੋਪ ਵਾਰ ਰਿਕਮੈਂਡਡ, ਵੀ ਜਿਹੜੀ ਸਰਟਨ ਇੱਕ ਖਾਸ ਤਰ੍ਹਾਂ ਦਾ ਸੀਕੁਐਂਸ ਫੋਲੋ ਕਰਨਾ ਪੈਂਦਾ ਸੀ ਕ੍ਰੋਪਿੰਗ ਵਾਸਤੇ। ਕੋਹ ਡੰਗ ਪ੍ਰੋਵਾਈਡਡ ਦਾ ਮੈਨਿਓਰ ਇਰੀਗੇਸ਼ਨ ਵਾਸ ਪ੍ਰੈਕਟਿਸ, ਜਿਹੜਾ ਕੋਹ ਦਾ ਮਤਲਬ ਜਿੱਦਾਂ ਗੋਬਰ ਕਹਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਵੀ ਰੂੜੀ ਉਹਦੀ ਮਤਲਬ ਔਰਗੈਨਿਕ ਜਿਹੜੀ ਖਾਦ ਬਣਾਉਂਦੇ ਹਾਂ ਅਸੀਂ ਕੋਹ ਦੇ ਗੋਹੇ ਤੋਂ, ਉਹਦੀ ਗੱਲ ਹੋ ਰਹੀ ਹੈ ਇੱਥੇ। ਸੋ ਇਰੀਗੇਸ਼ਨ ਵੀ ਉੱਥੇ ਪ੍ਰੈਕਟਿਸ ਹੁੰਦੀ ਸੀ। ਇਹ ਸਾਰਾ ਚੀਜ਼ ਸਾਨੂੰ ਵੇਦਾਂ ਦੇ ਵਿੱਚ ਪੜ੍ਹਨ ਨੂੰ ਮਿਲਦੀ ਹੈ। ਵੇਦਾਂ ਦੇ ਵਿੱਚ ਇਹ ਚੀਜ਼ਾਂ ਡਿਸਕਰਾਈਬ ਹੋਈਆਂ ਨੇ। ਹੁਣ ਇਹ ਮੌਰੀਅਨ ਇੰਪਾਇਰ ਦੇ ਵਿੱਚ, ਅਤੇ ਇਹਦੇ ਵਿੱਚ ਸੋਇਲ ਨੂੰ ਕੈਟਾਗਰਾਈਜ਼ਡ ਕਰ ਦਿੱਤਾ ਸੀ, ਅਤੇ ਹੋਰ ਕੁਝ ਐਗਰੀਕਲਚਰ ਮਤਲਬ ਉਹਨੂੰ ਕੈਟਾਗਰਾਈਜ਼ ਕਰ ਦਿੱਤਾ ਸੀ ਵੀ ਕਿਹੜੀ ਸੋਇਲ ਕਿੱਦਾਂ ਦੀ ਆ। ਅਤੇ ਇਹਦੇ ਵਿੱਚ ਅਦਰ ਮੋਰੀਅਨਸ ਫੈਸੀਲੀਟੇਸ਼ਨ ਇਨਕਲੂਡ ਕੰਸਟਰਕਸ਼ਨ ਅਤੇ ਮੇਨਟੇਨੈਂਸ ਆਫ ਡੈਮਸ, ਡੈਮਸ ਨੂੰ ਕੰਸਟਰਕਟ ਕੀਤਾ ਗਿਆ ਸੀ। ਸੋ ਇਹ 'ਚ ਕੋਈ ਜ਼ਿਆਦਾ ਚੀਜ਼ ਸਿਰਫ ਇਹ ਰੱਖੋ ਵੀ ਇਹਦੇ ਵਿੱਚ ਸੋਇਲ ਨੂੰ ਕੈਟਾਗਰਾਈਜ਼ ਕੀਤਾ ਸੀ ਮੌਰੀਅਨ ਇੰਪਾਇਰ ਦੇ ਟਾਈਮ 'ਤੇ।
ਸੋ ਨੈਕਸਟ ਸਾਡੇ ਕੋਲ ਹੈ ਗ੍ਰੀਕ ਡਿਪਲੋਮੇਟ ਮੈਗਨਥੀਸ। ਸੋ ਇਹਦੇ ਵਿੱਚ ਉਹਨੇ ਆਪਣੀ ਬੁੱਕ ਇੰਡੀਕਾ ਕੀ ਉਹਦੇ ਵਿੱਚ ਕੀ ਦਿੱਤਾ ਸੀ, ਪ੍ਰੋਵਾਈਡਸ ਏ ਸੈਕੂਲਰ ਆਈ ਵਿਟਨੈਸ ਅਕਾਊਂਟ ਆਫ ਇੰਡੀਅਨ ਐਗਰੀਕਲਚਰ। ਉਹਨੇ ਇੰਡੀਅਨ ਐਗਰੀਕਲਚਰ ਨੂੰ ਜੋ ਆਪਣਾ ਅੱਖਾਂ ਦੇਖਾ ਹਾਲ ਮੈਗਨਥੀਸ ਨੇ ਆਪਣੀ ਬੁੱਕ ਦੇ ਵਿੱਚ ਸਾਰਾ ਦੱਸਿਆ ਸੀ। ਇੰਡੀਕਾ ਦੇ ਵਿੱਚ ਬੁੱਕ ਦਾ ਨਾਮ ਸੀ ਜੋ। ਸੋ ਇਹਦੇ ਵਿੱਚ ਆਹ ਪੜ੍ਹਨਾ ਹੋ ਤੁਸੀਂ ਪੜ੍ਹ ਲਿਓ ਸਟੂਡੈਂਟਸ। ਹਾਂ ਚਲੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਵੀ ਦੇ ਦਿੰਦਾ। ਉਹਨੇ ਕੀ ਲਿਖਿਆ ਸੀ, ਇੰਡੀਆ ਹੈਜ਼ ਵੈਰੀ ਹਿਊਜ ਮਾਊਂਟੇਨ। ਕਹਿੰਦਾ ਇੰਡੀਆ ਦੇ ਵਿੱਚ ਬੜੇ ਹਿਊਜ ਮਾਊਂਟੇਨਸ ਨੇ ਅਤੇ ਜਿਹਦੇ ਵਿੱਚ ਫਰੂਟ ਟਰੀਸ ਐਵਰੀ ਕਾਈਂਡ, ਹਰੇਕ ਤਰ੍ਹਾਂ ਦਾ ਫਰੂਟ ਦਾ ਟਰੀ ਮਿਲ ਜਾਂਦਾ ਹੈ, ਦਰਖਤ ਮਿਲ ਜਾਂਦਾ ਆ। ਅਤੇ ਜਿਹੜੇ ਉਹਨਾਂ ਦੇ ਪਲੇਨ ਨੇ, ਧਰਤੀ ਆ ਮਤਲਬ ਪੱਧਰੀ ਧਰਤੀ ਆ, ਜਿਹਨਾਂ ਨੂੰ ਮੈਦਾਨੀ ਇਲਾਕਾ ਕਹਿੰਦੇ ਆ, ਬੜਾ ਫਰਟੀਲਿਟੀ ਮਤਲਬ ਬੜਾ ਉਪਜਾਊ ਆ। ਅਤੇ ਗ੍ਰੇਟ ਮਤਲਬ ਇਹ ਚੀਜ਼ਾਂ ਦੱਸੀਆਂ ਵੀ ਇਰੀਗੇਸ਼ਨ ਵੀ ਇੱਥੇ ਬੜੀ ਵਧੀਆ ਆ। ਅਤੇ ਇੱਕ ਸਾਲ ਦੇ ਵਿੱਚ 2 ਕਰੋਪਸ ਹੋ ਜਾਂਦੀਆਂ ਨੇ, ਮਤਲਬ ਇਹ ਚੀਜ਼ਾਂ ਲਿਖੀਆਂ ਸੀ। ਬਸ ਇਹਦੇ ਇੰਨਾ ਕੁ ਯਾਦ ਰੱਖਿਓ। ਮੈਗਨਥੀਸ ਨੇ ਆਪਣੀ ਬੁੱਕ ਇੰਡੀਕਾ ਦੇ ਵਿੱਚ ਇੰਡੀਅਨ ਐਗਰੀਕਲਚਰ ਦਾ ਵਰਣਨ ਕੀਤਾ ਸੀ। ਸੋ ਨੈਕਸਟ ਹੈ ਅਰਲੀ ਕਾਮਨ ਏਰਾ, ਹਾਈ ਮਿਡਲ ਏਜਿਸ। ਇਹਦੇ ਵਿੱਚ ਕੀ ਸੀ, ਜਿਹੜੇ ਤਾਮਿਲ ਲੋਕ ਸੀ ਉਹਨਾਂ ਨੇ ਮਤਲਬ ਕਈ ਵਾਈਡ ਰੇਂਜ ਆਫ ਕ੍ਰੋਪਸ ਉੱਥੇ ਮਤਲਬ ਹੁੰਦੀਆਂ ਸੀ, ਜਿਵੇਂ ਰਾਈਸ, ਸ਼ੂਗਰ ਕੇਨ, ਮਿਲਟ, ਬਲੈਕ ਪੇਪਰ, ਵੇਰੀਅਸ ਗ੍ਰੇਨਸ, ਕੋਕੋਨਟ, ਬੀਨਸ, ਇੱਦਾਂ ਦੀ ਖੇਤੀ ਉੱਥੇ ਹੁੰਦੀ ਸੀ। ਠੀਕ ਹੈ ਸਟੂਡੈਂਟਸ। ਇਸ ਤੋਂ ਮੇਨ ਜਿਹੜੀ ਪੁਆਇੰਟ ਸਭ ਤੋਂ ਅਸੀਂ ਇੱਥੇ ਯਾਦ ਰੱਖਣਾ ਉਹ ਕਿਹੜਾ ਆ, ਜਿਹੜਾ ਕਲਾਨਾਏ ਜਿਹੜਾ ਡੈਮ ਆ ਉਹ ਸਭ ਤੋਂ ਓਲਡੈਸਟ ਇਰੀਗੇਸ਼ਨ ਡੈਮ ਆ, ਜਿਹੜਾ ਕਿ 2000 ਸਾਲ ਪਹਿਲਾਂ ਬਣਿਆ ਸੀ ਅਤੇ ਇਹ ਕਾਵੇਰੀ ਨਦੀ 'ਤੇ ਬਣਿਆ ਹੋਇਆ ਸਭ ਤੋਂ ਓਲਡੈਸਟ ਡੈਮ ਇਨ ਵਰਲਡ, ਨੋਟ ਇਨ ਇੰਡੀਆ, ਇਨ ਵਰਲਡ ਮਤਲਬ ਦੁਨੀਆ ਦਾ ਸਭ ਤੋਂ ਪੁਰਾਣਾ ਡੈਮ ਜਿਹੜਾ ਆ ਉਹ ਕਿਹੜਾ ਆ, ਕਲਾਨਾਈ ਡੈਮ। ਸੋ ਕਹਿੰਦੇ ਆ ਕ੍ਰਿਸਟਲਾਈਜ਼ ਸ਼ੂਗਰ ਉਹ ਡਿਸਕਵਰ ਕੀਤੀ ਗਈ ਸੀ ਗੁਪਤਾਸ ਦੇ ਟਾਈਮ 'ਤੇ, ਕ੍ਰਿਸਟਲਾਈਜ਼ ਸ਼ੂਗਰ। ਸੋ ਇਹ ਇੰਪੋਰਟੈਂਟ ਫੈਕਟ ਨੇ ਸਟੂਡੈਂਟਸ, ਇਹ ਤਾਂ ਤੁਹਾਨੂੰ ਦੇਖਣੇ ਪੈਣੇ ਆ। ਇਹ ਚੀਜ਼ਾਂ ਭਾਵੇਂ ਤਾਂ ਨੋਟਸ ਬਣਾ ਲਓ ਆਪਣੇ, ਲਿਖ ਲਓ ਮੇਨ ਪੁਆਇੰਟ। ਸੋ ਇਹ ਜ਼ਰੂਰੀ ਨੇ। ਸੋ ਨੈਕਸਟ ਹੈ ਲੇਟ ਮਿਡਲ ਏਜਿਸ ਅਤੇ ਅਰਲੀ ਮਾਡਰਨ ਐਰਾ। ਇਹਦੇ ਵਿੱਚ ਕੀ ਸੀਗਾ ਵੀ ਐਗਰੀਕਲਚਰ ਦੇ ਤੌਰ 'ਤੇ ਜਿੱਥੇ ਫਸਲ ਜ਼ਿਆਦਾ ਹੁੰਦੀ ਸੀ ਉਹਦੇ ਤੌਰ 'ਤੇ ਉਹਨੂੰ ਡਿਵਾਈਡ ਕਰ ਦਿੱਤਾ ਸੀ ਲੈਂਡ ਨੂੰ। ਜਿਵੇਂ ਜਿੱਥੇ ਰਾਈਸ ਜ਼ਿਆਦਾ ਹੁੰਦੇ ਸੀ ਉਹਨੂੰ ਵੱਖਰਾ ਕਰਤਾ, ਵੀਟ ਅਤੇ ਮਿਲਟ ਵਾਲੇ ਨੂੰ ਵੱਖਰਾ ਕਰਤਾ। ਜਿੱਥੇ ਸਭ ਤੋਂ ਜ਼ਿਆਦਾ ਰਾਈਸ ਹੁੰਦੀ ਸੀ ਉਹ ਗੁਜਰਾਤ ਦਾ ਇਲਾਕਾ ਸੀ, ਗੁਜਰਾਤ ਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਰਾਈਸ ਦੀ ਹੁੰਦੀ ਸੀ। ਫਿਰ ਵੀਟ ਡੋਮੀਨੇਟ ਕਿਹੜੇ ਚੀਜ਼ ਨੂੰ ਕਰਦਾ ਸੀ, ਨੌਰਥ ਅਤੇ ਸੈਂਟਰ ਇੰਡੀਅਨ, ਜਿੱਥੇ ਵੀਟ ਦੀ ਸਭ ਤੋਂ ਜ਼ਿਆਦਾ ਮਤਲਬ ਪ੍ਰੋਡਕਸ਼ਨ ਹੁੰਦੀ ਸੀ। ਸੋ ਲਾਈਕ ਨੈਕਸਟ ਸਾਡਾ ਹੈ ਕਲਟੀਵੇਸ਼ਨ ਤੰਬਾਕੂ, ਜਿਹੜਾ ਉਹ ਵੀ ਸਪਰੈਡ ਮਤਲਬ ਕਰ ਰਿਹਾ ਸੀ, ਜਿਹੜੀ ਕਿ ਪੁਰਤਗਾਲਾਂ ਨੇ ਇੰਟਰੋਡਿਊਸ ਕੀਤਾ ਸੀ। ਸੋ ਨੈਕਸਟ ਸਾਡੇ ਕੋਲ ਹੈ ਵੀ ਜੋ ਬਲੈਕ ਪੇਪਰ ਹੈ, ਸੋ ਡੈਟ ਹੈ ਸਟੀਮੂਲੇਟਡ ਦੀ ਫਸਟ ਯੂਰਪੀਅਨ ਐਡਵੈਂਚਰ ਇਨ ਈਸਟ, ਬਲੈਕ ਪੇਪਰ। ਸੋ ਕਾਫੀ ਹੈਡ ਬੀਨ ਇੰਪੋਰਟੈਂਟ ਫਰੋਮ ਐਬੇਸੀਨੀਆ ਐਂਡ ਬਿਕਮ ਏ ਪਪੂਲਰ ਬੇਵਰੇਜ ਇਨ ਅਰਿਸਟੋਕਰੇਟ ਸਰਕਲਸ ਆਫ ਐਂਡ ਆਫ ਦੀ ਸੈਂਚੁਰੀ। ਸੋ ਹੌਲੀ ਹੌਲੀ ਚੀਜ਼ਾਂ ਮਤਲਬ ਟੀ ਜਿਵੇਂ ਆਈ, ਕੌਫੀ ਆਈ। ਟੀ ਇੰਡੀਆ ਦੇ ਵਿੱਚ ਅਸਾਮ ਦੇ ਵਿੱਚ ਹੁੰਦੀ ਸੀ, ਇਹ ਵੀ ਜਦੋਂ ਮਤਲਬ ਗਰੋ ਹੋਈ ਹੈ ਅਤੇ ਡੇਲੀ ਦੀ ਰੂਟੀਨ 'ਚ ਲੋਕ ਪੀਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਤੱਕ ਇਹ ਪਹੁੰਚ ਗਈ, ਮਤਲਬ ਇਹ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ ਇਸ ਚੀਜ਼ ਦਾ ਵੀ। ਸੋ ਦਾ ਕੁਆਲਿਟੀ ਆਫ ਮੈਂਗੋ ਸਿਟਰਸ ਫਰੂਟ ਆ ਗ੍ਰੇਟਲੀ ਇੰਪਰੂਵ। ਜਿਹੜੀ ਮੈਂਗੋ ਅਤੇ ਸਿਟਰਸ ਇਹਨਾਂ ਫਰੂਟ ਦੀ ਜਿਹੜੀ ਕੁਆਲਿਟੀ ਸੀ ਉਹ ਵੀ ਹੌਲੀ ਹੌਲੀ ਇੰਪਰੂਵ ਹੋਣੀ ਸ਼ੁਰੂ ਹੋ ਗਈ। ਸੋ ਹੁਣ ਸਾਡੇ ਕੋਲ ਹੈ ਰਿਪਬਲਿਕ ਆਫ ਇੰਡੀਆ। ਸੋ ਇਹਦੇ ਵਿੱਚ ਜੋ ਫੈਕਟ ਹੈ ਉਹ ਅਸੀਂ ਯਾਦ ਰੱਖਣੇ, ਜਿਵੇਂ ਭਾਖੜਾ ਡੈਮ ਹੈ, ਭਾਖੜਾ ਡੈਮ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ 'ਚ, ਉਹ ਲਾਰਜੈਸਟ ਡੈਮ ਇਨ ਇੰਡੀਆ, ਸਭ ਤੋਂ ਲਾਰਜੈਸਟ ਡੈਮ ਇੰਡੀਆ ਦਾ ਭਾਖੜਾ ਡੈਮ ਹੈ। ਸੋ ਇਹਦੇ 'ਚ ਆਪਾਂ ਜ਼ਿਆਦਾ ਨਹੀਂ ਪੜ੍ਹਨਾ, ਅਸੀਂ ਫੈਕਟ ਵੇਖਣੇ ਸੀ। ਅੱਗੇ ਟਿਹਰੀ ਡੈਮ ਹੈ ਜਿਹੜਾ ਕਿ ਭਾਗੀਰਥੀ ਰਿਵਰ ਦੇ ਉੱਤੇ ਆ, ਉਹ ਹਾਈਐਸਟ ਡੈਮ ਮਤਲਬ ਉੱਚਾ। ਜੋ ਸਾਡੇ ਕੋਲ ਭਾਖੜਾ ਡੈਮ ਹੈ ਉਹ ਸਭ ਤੋਂ ਲਾਰਜੈਸਟ ਹੈ, ਲੰਬਾ ਆ, ਅਤੇ ਜਿਹੜਾ ਟਿਹਰੀ ਡੈਮ ਹੈ ਸਭ ਤੋਂ ਉੱਚਾ ਆ। ਸੋ ਨੈਕਸਟ ਅਸੀਂ ਫੈਕਟ ਕਿਹੜਾ ਦੇਖਣਾ ਆ, 2 ਤਾਂ ਸਾਡੇ ਕੋਲ ਹੋ ਗਏ ਡੈਮ ਵਾਲੇ। ਜਿਹੜਾ ਇੰਡੀਆ ਆ ਉਹ ਲਾਰਜੈਸਟ ਪ੍ਰੋਡਿਊਸਰ ਆਫ ਮਿਲਕ, ਕਿੱਥੇ ਇੰਡੀਆ 'ਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪ੍ਰੋਡਿਊਸ ਹੁੰਦੀ ਆ, ਲਾਈਕ ਮਿਲਕ ਸਭ ਤੋਂ ਜ਼ਿਆਦਾ, ਫਰੂਟਸ ਵੀ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੁੰਦੇ ਆ, ਨਟਸ, ਕੈਸ਼ਿਊ ਨਟਸ ਜਿਹੜੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੁੰਦੇ ਆ, ਕੋਕੋਨਟ, ਗਿੰਗਰ, ਟਰਮੈਰਿਕ, ਬਨਾਨਾ, ਸਪਾਟਾ, ਪਲਸਿਸ ਅਤੇ ਬਲੈਕ ਪੈਪਰ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੀ ਪ੍ਰੋਡਿਊਸ ਹੁੰਦੀਆਂ ਹਨ। ਇੰਡੀਆ ਵਿੱਚ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਜਿਹੜਾ ਇੰਡੀਆ ਦੂਜੇ ਨੰਬਰ 'ਤੇ ਆਉਂਦਾ ਦੁਨੀਆ ਦੇ ਵਿੱਚ, ਉਹ ਕਿਹੜੀ ਚੀਜ਼ ਹੈ, ਵੀਟ, ਵੈਜੀਟੇਬਲਸ, ਸ਼ੂਗਰ, ਫਿਸ਼, ਉਹ ਵੀ ਇੰਡੀਆ 'ਚ ਦੂਸਰੇ ਨੰਬਰ 'ਤੇ ਆਉਂਦਾ। ਸਭ ਤੋਂ ਪਹਿਲਾਂ ਜਾਂ ਚਾਈਨਾ ਆਉਂਦਾ ਜਾਂ USA ਆਉਂਦਾ। ਹੁਣ ਥਰਡ ਲਾਰਜੈਸਟ ਪ੍ਰੋਡਿਊਸਰ ਆਫ ਤੰਬਾਕੂ ਅਤੇ ਰਾਈਸ ਇੰਡੀਆ ਆ, ਅਤੇ 4th ਲਾਰਜੈਸਟ ਪ੍ਰੋਡਿਊਸਰ ਗ੍ਰੇਨ। ਇਹਦੇ 'ਚ ਸਿਰਫ ਅਸੀਂ ਫਸਟ ਅਤੇ ਸੈਕਿੰਡ ਯਾਦ ਰੱਖ ਸਕਦੇ ਹਾਂ, 3rd 4th ਤੋਂ ਕੁਐਸਚਨ ਨਹੀਂ ਬਣਦੇ।
ਠੀਕ ਆ। ਹੁਣ ਬਾਕੀ ਇਹ ਸ਼ੋਰਟ ਕੁਐਸਚਨਸ ਨੇ, ਇਹ ਅਸੀਂ ਫਿਰ ਡਿਸਕਸ ਕਰਾਂਗੇ। ਪਹਿਲਾਂ ਅਸੀਂ ਸਾਰੇ ਬੇਸਿਕ ਡਿਸਕਸ ਕਰਾਂਗੇ। ਸੋ ਅੱਜ ਦੀ ਵੀਡੀਓ 'ਚ ਅਸੀਂ ਐਗਰੀਕਲਚਰ ਇਨ ਇੰਡੀਆ ਡਿਸਕਸ ਕੀਤਾ। ਨੈਕਸਟ ਵੀਡੀਓ ਵਿੱਚ ਅਸੀਂ ਮੇਨ ਟੌਪਿਕ 'ਤੇ ਆਵਾਂਗੇ। ਮੇਨ ਟੌਪਿਕ ਕੀ ਆ? ਟਾਈਪਸ ਆਫ ਐਗਰੀਕਲਚਰ, ਟਾਈਪਸ ਆਫ ਸੋਇਲ, ਖਰੀਫ ਕ੍ਰੌਪ ਅਤੇ ਰੈਬੀ ਕ੍ਰੌਪ, ਇਹ ਅਸੀਂ ਕ੍ਰੌਪਸ 'ਤੇ ਆਵਾਂਗੇ ਫਿਰ ਐਕਸਟਰਾ ਅਗਲੀ ਵੀਡੀਓ 'ਚ। ਸੋ ਇਹ ਵੀਡੀਓ ਹੋਪ ਤੁਹਾਨੂੰ ਪਸੰਦ ਆਊ। ਕਮੈਂਟ ਕਰਕੇ ਜ਼ਰੂਰ ਦੱਸਿਓ।